गूंगा हुआ बावरा, गूंगा हुआ बावरा, गूंगा हुआ बावरा। गूंगा हुआ बावरा, गूंगा हुआ बावरा, कबीर गूंगा हुआ बावरा, गूंगा हुआ बावरा, बहरा हुआ कान, बहरा हुआ कान, गूंगा हुआ बावरा, गूंगा हुआ बहरा हुआ कान, बहरा हुआ कान, गूंगा हुआ बावरा, कबीर गूंगा हुआ बावरा। पाँवों ते पिंगल गया, पाँवों ते पिंगल गया, मार्या सतगुर बाण, मार्या सतगुर बाण, मार्या सतगुर बाण, गूंगा हुआ बावरा, कबीर गूंगा हुआ बावरा, बहरा हुआ कान, बहरा हुआ कान, गूंगा हुआ बावरा, कबीर गूंगा हुआ, गूंगा हुआ, गूंगा हुआ बावरा, बहरा हुआ पाँवों ते पिंगुल भया, मार्या सतगुर बाण। गुरु ग्रंथ साहिब दे 1374 भाव 1374 अंक ते इह श्लोक सुशोभित है। कबीर साहब दे उत्थे करीबन 242-43 श्लोक हैं, जिन्हां च कुछ गुरु साहब के श्लोक हैं। उन्हां चों असीं अज 193 नंबर श्लोक गायन कीता। इस दी बाणी दी बनतर है। जो असीं श्लोक गायन कीता इसके बहुत सिंपल अर्थ हैं, पर अपने जीवन ते टुकाउण वास्ते असीं थोड़ा जिहा उन्हां नूं विचारना। कबीर साहब कहते हैं, कबीर गूंगा हुआ बावरा, मैं गूंगा हो गया, बावरा हो गया। कबीर गूंगा हुआ बावरा, बहरा हुआ कान, मेरा कान बहरा हो गया।
पांवों ते पिंगल पिया और मैं पिंगला हो गया। मैं अपने पैरों करके टुर नहीं सकता। कारण की होया? मारिया सतगुर बाण। मनु सतगुर जी ने तीर मारिया। गुरु पातशाह दी बाणी सानू साडा जीवन ਉੱਚਿਆਂ ਕਰਨ ਵਾਸਤੇ ਸਾਰਾ ਗੁਰੂ ਗ੍ਰੰਥ ਸਾਹਿਬ ਦੇ ਰਾਹੀਂ ਸਿਖਾਉਣ ਦਾ ਇੱਕ ਬੜਾ ਹੀ ਕੋਮਲ, ਬੜਾ ਸੁਝਾਣ ਅਤੇ ਬੜਾ ਸਾਦਾ ਇੱਕ ਢੰਗ ਹੈ। ਜਿਹੜੇ ਲੋਕੀ ਬੋਲਦੇ ਹਨ ਕਿ ਮੈਂ ਬਾਣੀ ਪੜ੍ਹਾਂ ਤੇ ਮੈਨੂੰ ਸਮਝ ਨਹੀਂ ਆਉਂਦੀ, ਜਦੋਂ ਉਹਨਾਂ ਨੂੰ ਸਮਝ ਨਹੀਂ ਆਉਂਦੀ ਤਾਂ ਉਹ ਨਾਲ ਇਹ ਕਹਿੰਦੇ ਨੇ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਨੀਂਦਰ ਆ ਜਾਂਦੀ। ਦੂਜਾ ਉਹ ਕਹਿੰਦੇ ਹਨ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਹੱਥੋਂ ਗੁਟਕਾ ਛੁੱਟ ਜਾਂਦਾ ਹੈ। ਤੀਜਾ ਉਹ ਕਹਿੰਦੇ ਹਨ ਜੀ ਬਾਣੀ ਬਹੁਤ ਮੁਸ਼ਕਿਲ ਹੈ, ਸਮਝ ਨਹੀਂ ਆਉਂਦੀ। ਇਹ ਅਸੀਂ ਆਪਣੇ ਮਨ ਦੀ ਅਵਸਥਾ ਆਮ ਤੌਰ ਤੇ ਕਹਿੰਦੇ ਹਾਂ, ਪਰ ਕਿਤਨਾ ਤੇ ਸਿੰਪਲ ਹੈ। ਨਾ ਇਹ ਸੰਸਕ੍ਰਿਤ ਹੈ, ਨਾ ਇਹ ਹਿਬਰੂ ਹੈ, ਨਾ ਇਹ ਕੋਈ ਸਪੈਨਿਸ਼ ਹੈ, ਨਾ ਕੋਈ ਫਾਰਸੀ ਹੈ। ਬਹੁਤ ਸਿੰਪਲ ਸਾਦਾ ਲੈਂਗੁਏਜ ਵਿੱਚ ਕਬੀਰ ਸਾਹਿਬ ਦੇ ਸ਼ਲੋਕਾਂ ਚੋਂ ਅਸੀਂ ਆਪਣੀ ਜੀਵਨ ਜਾਂਚ ਵਾਸਤੇ ਕੁਝ ਸਿੱਖ ਰਹੇ ਹਾਂ। ਅਸੀਂ ਪਹਿਲਾਂ ਇਹਦੇ ਲਫ਼ਜ਼ੀ ਅਰਥ ਸਮਝ ਚੁੱਕੇ ਹਾਂ। ਲਫ਼ਜ਼ੀ ਅਰਥ ਵਿੱਚ ਕਬੀਰ ਸਾਹਿਬ ਕਹਿੰਦੇ ਨੇ ਵੀ ਮੈਂ ਗੂੰਗਾ ਹੋ ਗਿਆ। ਗੂੰਗਾ ਮੀਨਸ ਜੋ ਬੋਲ ਨਹੀਂ ਸਕਦਾ, ਬਹਿਰਾ ਮੀਨਸ ਜੋ ਸੁਣ ਨਹੀਂ ਸਕਦਾ, ਪਿੰਗਲਾ ਮੀਨਸ ਜੋ ਟੁਰ ਨਹੀਂ ਸਕਦਾ, ਅਤੇ ਇਹ ਸਾਰੇ ਦਾ ਕਾਰਨ ਮੇਰਾ ਬਣਿਆ ਹੈ ਸਤਿਗੁਰ ਨੇ ਤੀਰ ਮਾਰਿਆ। ਸਤਿਗੁਰ ਜੀ ਨੂੰ ਤੇ ਅਸੀਂ ਬੜਾ ਚੰਗਾ ਸਮਝਦੇ ਹਾਂ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਹਾਂ ਇਹ ਸਮਝ ਕੇ ਕਿ ਬਾਣੀ ਗੁਰੂ ਹੈ। ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹਿ। ਬਾਣੀ ਮਨੂੰ ਗੁਰ ਸਿਖਾਉਂਦੀ ਹੈ, ਟੈਕਨੀਕ, ਵਿਧੀ, ਤਰੀਕਾ, ਜੁਗਤ ਸਿਖਾਉਂਦੀ ਹੈ ਵੀ ਜੀਵੀ ਦਾ ਕਿਸ ਤਰ੍ਹਾਂ। ਗੁਰ ਬਾਣੀ ਕਹਿ ਸੇਵਕ ਜਨ ਮਨ ਹੈ। ਜੋ ਇਸ ਨੂੰ ਪੜ੍ਹ ਕੇ ਸੁਣਦਾ ਔਰ ਮੰਨਦਾ ਹੈ ਉਹਨੂੰ ਪ੍ਰਤੱਖ ਗੁਰੂ ਬਣ ਕੇ ਬਾਣੀ ਅਗਵਾਈ ਕਰਦੀ ਹੈ। ਇਸ ਕਰਕੇ ਅਸੀਂ ਬਾਣੀ ਨੂੰ ਮੱਥਾ ਟੇਕਦੇ ਹਾਂ। ਹੁਣ ਜਦੋਂ ਮੈਂ ਬਾਣੀ ਨੂੰ ਮੱਥਾ ਟੇਕਦਾ ਮੈਂ ਆਪਣਾ ਗੁਰੂ ਇਸ ਨੂੰ ਸਮਝਦਾ ਤਾਂ ਸਤਿਗੁਰੂ ਜੀ ਮੈਨੂੰ ਮੇਰੇ ਸੋਚਣੀ ਦੇ ਢੰਗ ਉੱਤੇ ਕੁਝ ਅਟੈਕ ਕਰਦੇ ਨੇ, ਵਾਰ ਕਰਦੇ ਨੇ। ਜਦੋਂ ਵੀ ਕਦੇ ਕੋਈ ਇਨਸਾਨ ਅਸੀਂ ਦੁਨਿਆਵੀ ਤੌਰ ਤੇ ਦੇਖਦੇ ਹਾਂ, ਜਦੋਂ ਬੱਚਾ ਪੈਦਾ ਹੁੰਦਾ ਹੈ, ਜੇਕਰ ਸਾਡਾ ਬੱਚਾ ਗੂੰਗਾ ਜਾਂ ਬਹਿਰਾ ਜਾਂ ਲੰਗੜਾ ਜਾਂ ਇਸ ਤਰ੍ਹਾਂ ਪਿੰਗਲਾ ਪੈਦਾ ਹੋਵੇ ਅਸੀਂ ਬੜਾ ਦੁੱਖ ਮਨਾਉਂਦੇ ਹਾਂ। ਅਸੀਂ ਕਹਿੰਦੇ ਹਾਂ ਇਸ ਦੇ ਪਿਛਲੇ ਜਨਮਾਂ ਦੇ ਕਰਮਾਂ ਦੇ ਭਾਗਾਂ ਕਰਕੇ ਇੰਜ ਹੋ ਗਿਆ। ਅਸੀਂ ਕਹਿੰਦੇ ਹਾਂ ਇਹਨੇ ਪਤਾ ਨਹੀਂ ਕੀ ਕਸੂਰ ਕੀਤਾ ਸੀ, ਰੱਬ ਨੇ ਇਹਨੂੰ ਪਤਾ ਨਹੀਂ ਕੀ ਸਜ਼ਾ ਦਿੱਤੀ ਹੈ। ਪਰ ਕਬੀਰ ਸਾਹਿਬ ਨੇ ਕਮਾਲ ਕਰ ਦਿੱਤੀ, ਸਾਡੀ ਸੋਚਣੀ ਉੱਤੇ ਬੜਾ ਅਜੀਬ ਢੰਗ ਦੇ ਨਾਲ ਸਤਿਗੁਰ ਦੀ ਮੱਤ ਦਾ ਬਾਣ ਮਾਰਿਆ ਔਰ ਸਾਨੂੰ ਸਮਝਾਉਣ ਲੱਗੇ ਨੇ ਤੂੰ ਕੀ ਸਮਝਦਾ ਹੈ, ਤੇਰੇ ਕੋਲ ਜਿਹੜੀ ਜ਼ਬਾਨ ਹੈ ਤੂੰ ਇਹਦੇ ਨਾਲ ਬੋਲ ਸਕਦਾ ਹੈ, ਤੂੰ ਗੂੰਗਾ ਨਹੀਂ ਹੈ, ਇਹ ਕੋਈ ਬਹੁਤ ਬਖਸ਼ਿਸ਼ ਨਹੀਂ ਹੋਗੀ। ਇੱਕ ਬੱਚਾ ਗੂੰਗਾ ਜੰਮਿਆ ਹੈ ਤੇ ਤੂੰ ਅਫਸੋਸ ਮਨਾ ਰਿਹਾ ਹੈ, ਪਰ ਤੇਰੇ ਕੋਲ ਜਿਹੜੀ ਜ਼ਬਾਨ ਹੈ ਤੂੰ ਇਹਦੇ ਨਾਲ ਕੀ ਗੱਲ ਕਰਦਾ। ਸਵਾਹ ਸਾਰਾ ਦਿਨ ਤੂੰ ਇਹਦੇ ਨਾਲ ਚੱਪਰ ਕਰਦਾ ਹੈ, ਸਵਾਹ ਸਾਰਾ ਦਿਨ ਇਹਦੇ ਨਾਲ ਕਾਂ ਰੋਲੀ ਤੂੰ ਪਾਉਂਦਾ ਹੈ, ਸਾਰਾ ਦਿਨ ਇਹਦੇ ਨਾਲ ਤੂੰ ਕਿਸੇ ਦੀ ਨਿੰਦਾ ਕਰਦਾ ਹੈ। ਜਦੋਂ ਕਦੇ ਤੈਨੂੰ ਕੋਈ ਕੁਝ ਕਹਿੰਦਾ ਹੈ ਤੈਨੂੰ ਬਰਦਾਸ਼ਤ ਨਹੀਂ ਹੁੰਦਾ, ਤੂੰ ਉਹਨੂੰ ਇੱਕ ਦੀਆਂ ਚਾਰ ਸੁਣਾਉਂਦਾ ਹੈ। ਤੈਨੂੰ ਕੌੜੇ ਬੋਲ ਬੋਲਨੇ ਆਉਂਦੇ ਹਨ, ਤੈਨੂੰ ਦੂਸਰਿਆਂ ਦਾ ਸੀਨਾ ਛਲਣੀ ਕਰਨ ਵਾਲੇ, ਕਿਸੇ ਦਾ ਦਿਲ ਢਾਣ ਵਾਲੇ ਮੰਦੇ ਅੱਖਰਾਂ ਦੀ ਬੜੀ ਸੋਝੀ ਹੈ। ਤੇਰੀ ਰਸਨਾ ਪਵਿੱਤਰ ਨਹੀਂ ਹੈ, ਤੂੰ ਸੋਚਦਾ ਮੈਂ ਬੋਲਦਾ ਹਾਂ। ਤੂੰ ਜਦੋਂ ਵੀ ਬੋਲਦਾ ਹੈ ਕਿਸੇ ਨੂੰ ਸੁਖਾਉਂਦਾ ਨਹੀਂ ਹੈ।
बल्कि तैनू अपनी इस जबान उत्ते ये माण है कि मैं फलाणे नू सारिਆਂ ਦੇ सामने भरी बरादरी च चुप करा सकदा। तू अपने दोस्तां मित्रां नाल बैठ के कहंदा है, देखिया ना मैं ਉਹਨੂੰ खरियां खरियां सुनाइयां, ਉਹਨੂੰ सत्ती कपड़ी अग लग गई। मैं ਉਹਨੂੰ ऐसी सुनाई कि वो जिंदा जमीन विच गड़ गया। तैनू अपनी जबान दे ये मंदे बोलां ते दूसरे नू बेइज्जत करन ते हाउ टू हर्ट अदर्स ते बड़ा तैनू माण है। तो एक बच्चा गूंगा पैदा होया उहदे ते अफसोस करना है। तेरी जबान इस दुनिया दे भले वास्ते भाख्या भाव अपार नहीं जानती। You don't know how to speak sweet language. You don't know how to be in soft अवस्था, सॉफ्ट स्टेट ऑफ माइंड होएगी ਤਾਂ ਅਸੀਂ ਕੋਈ ਸਾਨੂੰ ਗਾਲ ਕੱਢੇਗਾ ਔਰ ਅਸੀਂ ਉਸ ਨੂੰ ਮਾਫ ਕਰ ਦੇਵਾਂਗੇ। ਸੌਫਟ ਕੋਮਲ ਜਦੋਂ ਚਿੱਤ ਹੋਏਗਾ ਨਾ ਤਾਂ ਅਸੀਂ ਕਹਾਂਗੇ ਰੱਬ ਜੀ ਇਸ ਨੂੰ ਸੁਮਤ ਬਖਸ਼ੋ, ਇਹ ਆਪਣੀ ਜ਼ੁਬਾਨ ਤੇ ਚਿੱਕੜ ਰੱਖਦਾ ਹੈ, ਆਪ ਇਸ ਨੂੰ ਅੰਮ੍ਰਿਤ ਰੂਪੀ ਬਾਣੀ ਰਾਹੀਂ ਇਸ ਨੂੰ ਮਿੱਠਾ ਕਰੋ। ਗੁਰੂ ਨਾਨਕ ਪਾਤਸ਼ਾਹ ਤੁਸੀਂ ਜਦੋਂ ਕੌੜੇ ਰੀਠਿਆਂ ਦੇ ਕੋਲ ਗਏ ਤਾਂ ਰੀਠੇ ਸੁਣਿਆ ਮਿੱਠੇ ਹੋ ਗਏ। ਇਤਿਹਾਸ ਕਹਿੰਦਾ ਹੈ मेरी जबान कुड़ितन भरी है, मेरे उत्ते भी मेहर करो, तुहाडी बाणी पढ़ा तो मेरी जबान दे कौड़े रीठे भी मिठे हो जान। सानू पता नहीं है कि असी ये आदत पाई हुई है। जेड़ी बच्ची अपने पेके अपने माँ प्यो कोलों गुरबाणी पढ़ती है अते सुचज्जी जीवन जात सीखती है अते देखती है कि मेरी माँ मेरी दादी के सामने उच्चा नहीं बोलती, जी हजूरी करती है और नम्रता रखती है। उस बच्ची नूं जबान उत्ते कोई भी कॉस्मैटिक्स नहीं लाने पैंदे, उसनूं फ्रैगरेंस नहीं छिड़कना पैंदा, उसनूं माउथ फ्रैशनर नहीं छिड़कना पैंदा, क्योंकि ਉਹਦੇ ਮੂੰਹ ਚੋਂ गंदे ख्यालों की बोली वाली बदबू नहीं आती। ये उन्हें कित्थों सीखिया? पेई अड़ै सो सेव तू सौ रड़ै सुख बस। उन्हें पेके सीखिया गुर मिल चज अचार सिख तुद कदे ना लगे दुख। वो अपने परिवार विच जदों विआह के जाती है सुचज्जे बोल बोलती है। असी बीबी भानी जी का इतिहास सुनिया होया ना, किस तरह वो बाणी पढ़ते ने, किस तरह एक कला वापरती है, किस तरह कोई सुन लेंदा है तो उसका जीवन बदल जाता है। असी सोचते हाँ मैं एट प्रेजेंट कोई सुन रहा है या नहीं सुन रहा, मेरे सामने जिहड़ा इंसान है मैं इसनूं मंदे बोल बोल के छल नहीं कर दिया, इसनूं एक दियां दो खरियां सुनावां। इनू कहंदे बदला लैण दी भावना। ਇਹ आदत मैनू की सिखाती है? हाउ टू बी निंदक। निंदा दा सुभाव किस तरह सीखीदा है, सीखना नहीं पैंदा। मैं आपे निंदा दे ये अवगुण कलैक्ट करदा हाँ ते मेरी जबान ते वो चढ़ जाते ने, मैनू पता ही नहीं लगता। एक एग्जाम्पल असी बार बार डिस्कस करते हैं साडे प्रोग्राम दियां, तुहानू बाहर सीडीज और बुक्स मिलणगियां, सैमीनार असी डिस्कस करते हैं। तुहाडी सेवा च असी ऑल द वे अमेरिका तो आके तुहाडी सेवा च इत्थे हाज़र होए ते लैके आए हाँ टेपां ते किताबां। उन्हां विच असी डिस्कस किया एक जगह कि मिठा बोलण वाला मनुख की करदा है। दो मनुख कार ते जा रहे सन और कार दे सामने बहुत सारे गधे खोते सड़क ते आ गए। कार चल नहीं सकती, इसने रोक दी। इन्हां नूं जल्दी सी। ड्राइवर ने शीशा थल्ले कीता, कहंदा गधे जी, ओ गधे भाजी, ओ गधे शाह जी, ओ खोते शाह जी, जरा जल्दी चले जाओ, सानू कार है। ओदा मित्र कहंदा बड़ा मुंह बना के बोल रहे हैं, खोतियां नूं गधियां नूं तेरी बोली समझ आती है?
ਕਹਿੰਦਾ ਮੈਨੂੰ ਚੰਗੀ ਤਰ੍ਹਾਂ ਪਤਾ ਇਹਨਾਂ ਨੂੰ ਮੇਰੀ ਬੋਲੀ ਸਮਝ ਨਹੀਂ ਆਉਂਦੀ, ਪਰ ਮੈਂ ਇਸ ਤਰ੍ਹਾਂ ਤਾਂ ਬੋਲ ਰਿਹਾ ਤਾਂ ਕਿ ਮੇਰਾ ਸੁਭਾਅ ਵਿਗੜ ਨਾ ਜਾਏ। ਲੋਕੀ ਬੜਾ ਭਾਰਾ ਭਾਰਾ ਸਮਾਨ ਚੁੱਕ ਲੈਂਦੇ ਨੇ, ਪਰ ਜ਼ਬਾਨ ਦਾ ਭਾਰ ਨਹੀਂ ਚੁੱਕ ਪਾਉਂਦੇ ਨੇ। ਜ਼ਬਾਨ ਦੇ ਨਾਲ ਬੜੀਆਂ ਭਾਰੀਆਂ ਭਾਰੀਆਂ ਗੱਲਾਂ, ਬੜੇ ਨਿੰਦਕ ਸੁਭਾਅ ਦੀਆਂ ਗੱਲਾਂ ਕਰਦੇ ਨੇ। ਜਿਤਨੇ ਵੀ ਕਾਰਪੋਰੇਟ ਸੈਕਟਰ ਨੇ ਉਹਦੇ ਵਿੱਚ ਲੋਕਾਂ ਦੀ ਆਪਸ ਵਿੱਚ ਇਸ ਕਰਕੇ ਨਹੀਂ ਬਣਦੀ ਕਿਉਂਕਿ ਆਪਸ ਵਿੱਚ ਉਹ ਇੱਕ ਪੋਲਿਟਿਕਸ ਖੇਡਦੇ ਨੇ, ਇੱਕ ਦੂਜੇ ਦੇ ਬਾਰੇ ਨਿੰਦਾ ਕਰਦੇ ਨੇ। ਕਰਦੇ ਕਿਹਦੇ ਨਾਲ? ਇਸ ਜ਼ਬਾਨ ਨਾਲ। ਅਸੀਂ ਤੇ ਸੋਚ ਰਹੇ ਸੀ ਜਿਸ ਬੱਚੇ ਦੀ ਜ਼ਬਾਨ ਨਹੀਂ ਆ ਉਹ ਸ਼ਾਇਦ ਮੰਦਭਾਗਾ ਹੈ। ਸਾਡੇ ਕੋਲ ਜ਼ਬਾਨ ਹੈ ਤੇ ਅਸੀਂ ਉਸ ਦਾ ਮਿਸਯੂਜ਼ ਕਰ ਲਿਆ, ਅਸੀਂ ਮੰਦਭਾਗੇ ਹੋ ਗਏ। ਜਦੋਂ ਮੈਂ ਆਪਣੇ ਕੰਨਾਂ ਨਾਲ ਕਿਸੇ ਦਾ ਮਨ ਦੀਆਂ ਗੱਲਾਂ ਸੁਣਨ ਦਾ ਸ਼ੌਕ ਰੱਖਦਾ ਹਾਂ, ਕਿਸੇ ਦਾ ਕੁਝ ਵਿਗੜ ਜਾਏ ਮੈਨੂੰ ਸੁਣਨ ਦਾ ਬਹੁਤ ਸ਼ੌਕ ਹੈ। ਕਿਸੇ ਦੇ ਕੰਨ ਭਰਨ ਦੀ ਆਦਤ ਤਾਂ ਮੈਨੂੰ ਸੀ, ਪਰ ਮੈਨੂੰ ਵੀ ਇਹ ਆਦਤ ਹੈ, ਮੇਰੀ ਜ਼ਬਾਨ ਵੀ ਵਿਗੜੀ ਹੋਈ ਹੈ, ਪਰ ਮੇਰੇ ਕੰਨ ਵੀ ਹਮੇਸ਼ਾ ਇੰਟਰਸਟਿਡ ਹੁੰਦੇ ਨੇ ਕੁਝ ਵਿਗਾੜ ਦੀ ਗੱਲ ਸੁਣਾਓ। ਇੱਕ ਦੇਸ਼ ਵਿੱਚ ਮੈਂ ਗਿਆ, ਉਸ ਦੇਸ਼ ਵਿੱਚ ਇੱਕ ਮਾਤਾ ਜੀ ਦੇ ਬਾਰੇ ਪਤਾ ਲੱਗਾ ਕਿ ਉਹ ਮਾਤਾ ਜੀ 3 ਹਫ਼ਤੇ ਤੋਂ ਆਏ ਨਹੀਂ। ਅਚਾਨਕ ਸਾਨੂੰ ਉਹ ਜੋੜਿਆਂ ਵਿੱਚ ਮਿਲੇ ਤਾਂ ਅਸੀਂ ਉਹਨਾਂ ਨੂੰ ਪੁੱਛਿਆ ਤੁਸੀਂ 3 ਹਫ਼ਤੇ ਆਏ ਨਹੀਂ? ਕਹਿੰਦੇ ਮੈਂ ਬਿਮਾਰ ਸੀ, ਹਸਪਤਾਲ ਸੀ। ਉਹਨਾਂ ਨੂੰ ਪੁੱਛਿਆ ਤੁਸੀਂ ਅੱਜ ਆਏ ਹੋ? ਕਹਿੰਦੇ ਹਾਂ। ਇਤਨੀ ਗੱਲ ਤੋਂ ਬਾਅਦ ਉਹਨਾਂ ਨੇ ਛੁੱਟਦੇ ਹੀ ਦੱਸਿਆ ਫਲਾਣਿਆਂ ਦੇ ਘਰ ਜਿਹੜਾ ਵਿਆਹ ਹੋਇਆ ਸੀ ਮਹੀਨਾ ਪਹਿਲਾਂ, ਅੱਜ ਪਤਾ ਲੱਗਾ ਉਹ ਕੁੜੀ ਘਰ ਚਲੀ ਗਈ ਹੈ, ਤਲਾਕ ਹੋ ਗਿਆ। ਅਸੀਂ ਕਿਹਾ ਤੁਹਾਨੂੰ ਅੱਜ ਪਤਾ ਲੱਗਾ? ਕਹਿੰਦੇ ਹਾਂ 3 ਹਫ਼ਤੇ ਗੁਰਦੁਆਰੇ ਹੀ ਨਹੀਂ ਆਈ ਤੇ ਪਤਾ ਹੀ ਨਹੀਂ ਲੱਗਾ ਸ਼ਹਿਰ ਵਿੱਚ ਕੀ ਹੋ ਗਿਆ। ਇਹਦਾ ਮਤਲਬ ਮੈਂ ਗੁਰਦੁਆਰੇ ਸਤਿਗੁਰ ਦੀ ਗੱਲ ਸੁਣਨ ਨਹੀਂ ਆਉਂਦੀ, ਮੈਂ ਸ਼ਹਿਰ ਦੀਆਂ ਖਬਰਾਂ ਇਕੱਠੀਆਂ ਕਰਨ ਆਉਂਦੀ ਹਾਂ। ਗੁਰਦੁਆਰਾ ਨਾ ਅੱਜ ਤੱਕ ਨਿਊਜ਼ ਚੈਨਲ ਹੈ, ਨਾ CNN ਚੈਨਲ ਹੈ। ਸਾਨੂੰ ਘਰ ਆਦਤ ਪਈ ਹੋਈ ਹੈ, ਮੈਂ ਸੀਰੀਅਲ ਦੇਖਣੇ ਨੇ, ਘਰ ਆਦਤ ਪਈ ਹੋਈ ਹੈ ਮੈਂ ਖਬਰਾਂ ਸੁਣਨੀਆਂ ਨੇ, ਅਤੇ ਖਬਰ ਜੇ ਚੰਗੀ ਆਵੇ ਤਾਂ ਅਸੀਂ ਕਹਿੰਦੇ ਅੱਜ ਤੇ ਕੁਝ ਹੋਇਆ ਹੀ ਨਹੀਂ। ਮੰਦੀਆਂ ਮੰਦੀਆਂ ਖਬਰਾਂ ਸਾਨੂੰ ਚੰਗੀਆਂ ਲੱਗਦੀਆਂ। ਮੇਰੇ ਕੰਨ ਆਦਤ ਪਾ ਚੁੱਕੇ ਨੇ ਮੈਨੂੰ ਮੰਦੀਆਂ ਗੱਲਾਂ, ਕਿਸੇ ਦੇ ਬਾਰੇ ਕੋਈ ਮੰਦੀ ਗੱਲ ਕੀਤੀ ਜਾਏ ਮੈਂ ਛੇਤੀ ਨਾਲ ਵਿਸ਼ਵਾਸ ਕਰ ਲੈਂਦਾ ਹਾਂ। ਜੇ ਕਿਸੇ ਦੀ ਕੋਈ ਚੰਗੀ ਗੱਲ ਸੁਣਾਈ ਜਾਏ ਮੈਨੂੰ ਖਾਸ ਮਾਫਕ ਨਹੀਂ ਆਉਂਦੀ ਕਿਉਂਕਿ ਮੇਰਾ ਨਿੰਦਕ ਸੁਭਾਅ ਹੈ ਤੇ ਮੈਂ ਇਹ ਚਾਹੁੰਦਾ ਦੂਜਿਆਂ ਦੇ ਬਾਰੇ ਭੈੜੀ ਗੱਲ ਕਰੋ ਤਾਂ ਕਿ ਮੇਰਾ ਇਹ ਲੱਗੇ ਸਭ ਨੂੰ ਮੈਂ ਬਹੁਤ ਸ਼ਰੀਫ ਆਦਮੀ ਹਾਂ, ਮੈਂ ਬੜਾ ਚੰਗਾ ਇਨਸਾਨ ਹਾਂ, ਮੈਂ ਉੱਚ ਜਾਤੀ ਹਾਂ, ਮੈਂ ਬੜਾ ਧਰਮੀ ਹਾਂ। ਕਾਈਂਡਲੀ ਟਾਕ ਅਬਾਊਟ ਅਦਰਸ, ਡੋਂਟ ਟਾਕ ਅਬਾਊਟ ਮੀ। ਮੇਰਾ ਇਹ ਸੁਭਾਅ ਮੈਨੂੰ ਮੰਦੀਆਂ ਗੱਲਾਂ ਸੁਣਨ ਦੀ ਆਦਤ ਪਾਉਂਦਾ ਹੈ। ਮੇਰੇ ਕੰਨ ਤੇ ਹਨ, ਮੈਨੂੰ ਲੱਗਦਾ ਹੈ, ਪਰ ਮੈਂ ਦਰਅਸਲ ਬਹਿਰਿਆਂ ਤੋਂ ਵੀ ਗਿਆ ਗੁਜ਼ਰਿਆ ਹਾਂ। ਮੈਨੂੰ ਚੰਗੀ ਗੱਲ ਸੁਣਾਈ ਨਹੀਂ ਦਿੰਦੀ। ਮੈਂ ਗੁਰਦੁਆਰੇ ਵੀ ਜਾਂਦਾ ਤਾਂ ਮੈਂ ਕੁਝ ਗੁਰੂ ਦੀ ਗੱਲ ਸੁਣਨ ਨਹੀਂ ਜਾਂਦਾ, ਮੈਂ ਤੇ ਗੁਰਦੁਆਰੇ ਹਫ਼ਤਾਵਾਰੀ ਜਾਂਦਾ, ਮੈਂ ਲੰਗਰ ਖਾਣ ਜਾਣਾ ਹੈ, ਨਾਲੇ ਬੜੇ ਵਿਛੜੇ ਹੋਏ ਦੋਸਤ ਮਿੱਤਰ ਮਿਲ ਜਾਣਗੇ, ਇਸੇ ਬਹਾਨੇ ਥੋੜਾ ਦਿਲ ਬਹਿਲ ਜਾਏਗਾ। ਮੇਰਾ ਇਹ ਖਿਆਲ ਨਹੀਂ ਹੈ ਕਿ ਮੈਂ ਗੁਰੂ ਦੀ ਗੱਲ ਸੁਣਾ। ਜੇ ਸੁਣਾਂਗਾ ਹੀ ਨਹੀਂ ਤਾਂ ਮੈਂ ਆਪਣੇ ਮਨ ਨੂੰ ਕਿਵੇਂ ਮਨ ਮੇਰੇ ਸਤਿਗੁਰ ਕੇ ਪਹਾੜੇ ਚੱਲ ਕਦੋਂ ਕਵਾਂਗਾ ਜਦੋਂ ਮੈਂ ਸੁਣਾਂਗਾ ਹੀ ਨਹੀਂ। ਕਬੀਰ ਸਾਹਿਬ ਸਾਨੂੰ ਅੱਜ ਸਮਝਾਉਣ ਲੱਗੇ ਨੇ, ਕਹਿੰਦੇ ਨੇ ਮੈਂ ਗੂੰਗਾ ਹੋ ਗਿਆ, ਬਹਿਰਾ ਹੋ ਗਿਆ ਅਤੇ ਪੈਰਾਂ ਤੋਂ ਪਿੰਗਲਾ ਹੋ ਗਿਆ। ਸਾਡੇ ਕੋਲ ਜਿਹੜੇ ਪੈਰ ਨੇ ਇਹ ਸਾਨੂੰ ਪੱਬ ਤੇ ਲਿਜਾਂਦੇ ਨੇ, ਸ਼ਰਾਬ ਪਿਲਾਉਣ ਲਿਜਾਂਦੇ ਨੇ, ਇਹ ਸਾਡੇ ਕੋਲੋਂ ਡਾਂਸ ਕਰਾਉਂਦੇ ਨੇ, ਇਹ ਕਿਸੇ ਦਾ ਵਿਗਾੜ ਕਰਨ ਵਾਸਤੇ ਛੇਤੀ ਛੇਤੀ ਮੈਨੂੰ ਦੌੜਾ ਕੇ ਲਿਜਾਂਦੇ ਨੇ, ਇਹ ਸਾਰੇ ਕੰਮਾਂ ਵਾਸਤੇ ਲਿਜਾਂਦੇ ਨੇ। ਮੈਂ ਸੋਚਦਾ ਮੈਂ ਬੜਾ ਕੀਮਤੀ ਹਾਂ, ਮੇਰੇ ਅੰਗ ਬੜੇ ਕੀਮਤੀ ਨੇ। ਕਬੀਰ ਸਾਹਿਬ ਕਹਿੰਦੇ ਨੇ ਇਹ ਅਵਸਥਾ ਜਦੋਂ ਬਣ ਜਾਏ ਨਾ, ਇਸ ਅਵਸਥਾ ਨੂੰ ਫਿਕਸ ਅਪ ਕਰਨ ਵਾਸਤੇ ਨਾ ਇਹ ਜਿਹੜੇ ਦੁਨਿਆਵੀ
ਬਾਇਓਲੋਜੀਕਲੀ ਸਰੀਰਕ ਤੌਰ 'ਤੇ ਸਾਡੇ ਕੋਲ ਅੱਖ ਨੱਕ ਕੰਨ ਨੇ ਨਾ, ਇਹਨਾਂ ਨੂੰ ਜਦੋਂ ਸੂਤਕ ਪੈ ਜਾਂਦਾ ਨਾ, ਇਹ ਬਹਿਰਿਆਂ ਤੋਂ ਵੀ ਬੱਤਰ, ਇਹ ਜ਼ੁਬਾਨ ਵਾਲਿਆਂ ਗੂੰਗਿਆਂ ਤੋਂ ਵੀ ਬੱਤਰ, ਜਿਨ੍ਹਾਂ ਦੀ ਜ਼ੁਬਾਨ ਨਹੀਂ ਹੈ। ਇਹ ਟੰਗਾਂ ਵਾਲੇ ਜਿਹੜੇ ਹਨ, ਜਿਹੜੇ ਤੇ ਪਿੰਗਲੇ ਵਿਚਾਰੇ ਸੱਚੀ ਮੁੱਚੀ ਹਨ, ਹੈਂਡੀਕੈਪਸ ਹਨ, ਉਹਨਾਂ ਤੋਂ ਵੀ ਬੱਤਰ। ਜਿਨ੍ਹਾਂ ਕੋਲ ਮਨ ਦੀਆਂ ਅੱਖਾਂ ਨਾ ਹੋਣ ਨਾ, ਗੁਰਬਾਣੀ ਕਹਿੰਦੀ ਹੈ ਉਹ ਅੰਨੇ ਹਨ। ਜਿਨ੍ਹਾਂ ਕੋਲ ਉਦਮੀ ਸੁਭਾਅ ਨਾ ਹੋਵੇ, ਗੁਰਬਾਣੀ ਕਹਿੰਦੀ ਉਹ ਲੰਗੜੇ ਨੇ। ਰੂਹਲਾ ਟੁੰਡਾ ਅੰਧਲਾ ਕਹਿ ਗੱਲ ਲੱਗੇ ਤਾਏ, ਉਹ ਰੱਬ ਜੀ ਨੂੰ ਮਿਲਣ ਦੇ ਚੰਗੇ ਗੁਣ ਸਿੱਖਣ ਵਾਸਤੇ ਨਹੀਂ ਜਾਂਦੇ ਨੇ। ਸਾਡਾ ਨਾ ਜਿਹੜਾ ਪ੍ਰੋਗਰਾਮ ਹੁੰਦਾ ਨਾ, ਅਸੀਂ 5-5 6-6 ਘੰਟੇ ਇੱਕ ਸ਼ਬਦ ਦੀ ਵਿਚਾਰ ਸਾਂਝ ਕਰਦੇ ਹਾਂ। ਅੱਜ ਮੇਰਾ ਇੱਥੇ ਨਾ ਮਸਾਂ 30 ਮਿੰਟ ਦਾ ਪ੍ਰੋਗਰਾਮ ਹੈ, 22 ਮਿੰਟ ਹੋ ਗਏ ਨੇ। 8 ਮਿੰਟਾਂ 'ਚ ਅਸੀਂ ਇਹ ਸਮਝਣਾ ਹੈ ਕਿ ਜੇਕਰ ਸਤਿਗੁਰ ਜੀ ਮੈਨੂੰ ਸੁਮਤ ਬਖਸ਼ਣ ਤੇ ਮੈਂ ਆਪਣੇ ਨਿੰਦਕ ਸੁਭਾਅ ਵੱਲੋਂ ਗੂੰਗਾ ਹੋ ਜਾਵਾਂ, ਨਿੰਦਕ ਸੁਭਾਅ ਦੀ ਜ਼ਬਾਨ ਵੱਲੋਂ ਮੈਂ ਗੂੰਗਾ ਹੋ ਜਾਵਾਂ ਤੇ ਚੰਗਾ ਹੈ। ਮੈਂ ਆਪਣੇ ਨਿੰਦਾ ਸੁਣਨ ਵਾਲੇ ਕੰਨਾਂ ਵੱਲੋਂ ਜੇ ਬਹਿਰਾ ਹੋ ਜਾਵਾਂ ਤਾਂ ਚੰਗਾ ਹੈ। ਉਹਦਾ ਕੀ ਤਰੀਕਾ ਹੈ? ਜਦੋਂ ਕਦੇ ਤੁਸੀਂ ਕਿਸੇ ਨੂੰ ਫੋਨ ਕਰੋ, ਦੂਜਾ ਤੁਹਾਨੂੰ ਸੁਣਾਉਣ ਲੱਗੇ, ਨੀ ਭੈਣ ਸੁਣਿਆ ਹੈ ਫਲਾਣੀ ਦੇ ਘਰ ਇੰਝ ਹੋਇਆ ਹੈ, ਤੁਹਾਨੂੰ ਕੋ ਮੇਰੇ ਕੋਲ ਸਮਾਂ ਨਹੀਂ ਹੈ, ਪਲੀਜ਼ ਕੋਈ ਸ਼ਬਦ ਵਿਚਾਰ ਸੁਣਾਓ। ਜੋ ਇਨਸਾਨ ਤੁਹਾਨੂੰ ਫੇਰ ਵੀ ਦੁਨੀਆ ਭਰ ਦੀਆਂ ਖਬਰਾਂ ਸੁਣਾਏ, ਉਹ ਮਿੱਤਰ ਨਹੀਂ ਹੈ, ਉਹ ਨਿੰਦਕ ਸਾਡੇ ਦਿਮਾਗ ਵਿੱਚ ਕੂੜਾ ਪਾ ਰਿਹਾ ਹੈ। ਕਬੀਰ ਸਾਹਿਬ ਕਹਿੰਦੇ ਨੇ, ਸਤਿਗੁਰ ਜੀ ਨੇ ਨਾ ਮੇਰੇ ਮਨ ਉੱਤੇ ਤੀਰ ਮਾਰਿਆ। ਤੀਰ ਮਾਰਨ ਨਾਲ ਕੀ ਹੋਇਆ? ਤੀਰ ਜਦੋਂ ਕਦੇ ਕਿਸੇ ਨੂੰ ਮਾਰਦੇ ਆ ਨਾ ਅਸੀਂ, ਉਹਦਾ ਸੀਨਾ ਛਲਨੀ ਛਲਨੀ ਹੋ ਜਾਂਦਾ। ਤੇ ਆਮ ਤੌਰ ਤੇ ਦੁਨਿਆਵੀ ਬੋਲੀ ਵਿੱਚ ਜਿਹੜੀ ਪਿਕਚਰ ਬਣੀ ਹੁੰਦੀ ਹੈ ਨਾ, ਇੱਕ ਹਾਰਟ ਬਣਿਆ ਹੁੰਦਾ, ਉਹਦੇ ਉੱਤੇ ਇਸ ਤਰ੍ਹਾਂ ਕ੍ਰਸ਼ ਦਾ ਤੀਰ ਵੱਜਾ ਹੁੰਦਾ ਔਰ ਬਲੱਡ ਨਿਕਲ ਰਿਹਾ ਹੁੰਦਾ। ਜੇ ਅਸੀਂ ਇਹਦੀ ਵਿਚਾਰ ਕਰੀਏ, ਮੈਨੂੰ ਨਹੀਂ ਪਤਾ ਸੀਨ ਬਣਾਉਣ ਵਾਲੇ ਨੇ ਕੀ ਕੀਤਾ, ਮੈਨੂੰ ਗੁਰਬਾਣੀ ਪੜ੍ਹ ਕੇ ਸਤਿਗੁਰ ਜੀ ਦੇ ਤੀਰ ਮਾਰਨ ਦੀ ਗੱਲ ਸਮਝ ਆਈ ਕਿ ਮੇਰੇ ਹਿਰਦੇ ਤੇ ਮੀਨਸ ਮੇਰੇ ਸੋਚਣੀ ਦੇ ਢੰਗ ਉੱਤੇ ਸਤਿਗੁਰ ਜੀ ਨੇ ਤੀਰ ਮਾਰਿਆ ਅਤੇ ਮੇਰਾ ਸੋਚਣੀ ਦਾ ਗੰਦਾ ਖੂਨ ਬਾਹਰ ਨਿਕਲ ਗਿਆ। ਮੇਰੇ ਸੋਚਣੀ ਦੇ ਢੰਗ ਨੂੰ ਸਤਿਗੁਰ ਨੇ ਤੀਰ ਮਾਰਿਆ, ਛਲਨੀ ਛਲਨੀ ਕਰ ਦਿੱਤਾ। ਤੂੰ ਗਲਤ ਸੋਚਦਾ ਹੈ ਮੇਰੇ ਮਨ। ਜਦੋਂ ਅਸੀਂ ਗਲਤ ਸੋਚਦੇ ਹਾਂ ਨਾ, ਤਾਂ ਅਸੀਂ ਰਾਹ ਜਾਂਦੇ ਵੀ ਨਿੰਦਾ ਚੁਗਲੀ ਕਰ ਜਾਂਦੇ ਹਾਂ, ਰਾਹ ਜਾਂਦੇ ਵੀ ਕਿਸੇ ਦੀ ਬੁਰਾਈ ਕਰ ਜਾਂਦੇ ਹਾਂ, ਰਾਹ ਜਾਂਦੇ ਵੀ ਕਿਸੇ ਦਾ ਰਿਸ਼ਤਾ ਹੋ ਜਾਏ ਸਾਨੂੰ ਚੰਗਾ ਨਹੀਂ ਲੱਗਦਾ, ਅਸੀਂ ਤੁੜਵਾਉਣ ਦੇ ਕੰਮ ਕਰਦੇ ਹਾਂ। ਕਿਉਂ? ਕਿਉਂਕਿ ਮੇਰੇ ਸੁਭਾਅ ਦੀ ਇੱਕ ਬਦਬੂ ਹੈ। ਗੁਰੂ ਸਾਹਿਬ ਕਬੀਰ ਸਾਹਿਬ ਦੀ ਰਚਨਾ ਜੋ ਕਹਿੰਦੇ ਨੇ, ਜੈਸੇ ਲਸਣ ਕੀ ਖਾਨ, जैसी लसन की खान, जैसी लसन की खान, जैसी लसन की खान। साकत ऐसा है, 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 साकत ऐसा है। कैसा है? जैसी लसन की खान, जैसी लसन की खान, जैसी लसन की खान, जैसी लसन की कोने बैठे खाइए, कोने बैठे खाइए, प्रगट होए निदान, प्रगट होए निदान। जैसी लसन की खान, जैसी लसन की खान। साकत ऐसा है, साकत ऐसा,
ਸਾਕਤ ਕੋਈ ਮਨੁੱਖ ਨਹੀਂ ਹੁੰਦਾ, ਸਾਕਤ ਖਿਆਲ ਐਸਾ ਹੈ। ਜਦੋਂ ਮੇਰਾ ਮਨ ਸਾਕਤ ਖਿਆਲ ਲੈ ਲੈਂਦਾ ਹੈ ਤਾਂ ਲਸਣ ਗਾਰਲਿਕ ਦੀ ਬਦਬੂ ਮਾਰਦਾ ਹੈ। ਕੋਨੇ ਬੈਠੇ ਖਾਈਏ, ਜਿੱਥੇ ਮਰਜ਼ੀ ਛੁਪ ਕੇ ਖਾ ਲਓ। ਜਦੋਂ ਵੀ ਸਾਨੂੰ ਪਤਾ ਹੈ ਕਿ ਮੈਂ ਲਸਣ ਵਾਲੀ ਬਦਬੂ ਦਾ ਕੰਮ ਕਰਨ ਲੱਗਾ, ਅਸੀਂ ਉਹਦੇ ਕੰਨ 'ਚ ਕਹਿੰਦੇ ਹਾਂ, ਨੀ ਭੈਣ, ਓਏ ਮੇਰੇ ਮਿੱਤਰ, ਤੈਨੂੰ ਦੱਸ ਰਿਹਾ, ਹੋਰ ਕਿਸੇ ਨੂੰ ਨਾ ਦੱਸੀ, ਮੇਰਾ ਨਾਂ ਨਾ ਲਾਈ, ਮੈਂ ਤੈਨੂੰ ਦੱਸਿਆ। ਕਿਉਂਕਿ ਸਾਨੂੰ ਪਤਾ ਹੁੰਦਾ ਜੇ ਉਹਨਾਂ ਨੂੰ ਪਤਾ ਲੱਗ ਜਾਏਗਾ, ਮੇਰੀ ਕਰਤੂਤ ਸਾਹਮਣੇ ਆ ਜਾਏਗੀ। ਲਸਣ ਕੀ ਖਾਣ ਵਾਂਗੂ ਅਸੀਂ ਬਦਬੂ ਵਾਲੇ ਗੁਣ ਕੋਲ ਰੱਖਦੇ ਹਾਂ, ਛੁਪਾ ਛੁਪਾ ਕੇ ਕਰਦੇ ਹਾਂ ਨਿੰਦਾ, ਛੁਪਾ ਛੁਪਾ ਕੇ ਕਰਦੇ ਹਾਂ ਵਿਗਾੜ। ਪਰ ਜਿਹੜੇ ਲਾਹੌਰ ਭੈੜੇ, ਉਹ ਪਿਸ਼ੌਰ ਵੀ ਭੈੜੇ। ਭਾਵੇਂ ਮੈਂ ਗੁਰਦੁਆਰੇ ਆਵਾਂ, ਇੱਥੇ ਵੀ ਮੈਂ ਸਮਾਂ ਹੀ ਲੱਭਦਾ ਹਾਂ ਕਿਸ ਤਰ੍ਹਾਂ ਮੈਂ ਕਿਸੇ ਦੀ ਨਿੰਦਾ ਕਰਾਂ। ਸਤਿਗੁਰੂ ਜੀ ਨੇ ਤੀਰ ਮਾਰਿਆ ਔਰ ਮੈਨੂੰ ਇਸ ਤੋਂ ਛੁਡਾਇਆ, ਮੇਰੇ ਸਾਕਤ ਪੁਨੇ ਤੋਂ ਛੁਡਾਇਆ।